जी अस्सलाम वालेकुम दोस्तों, मैं हूं अमजद मलिक और आप देख रहे हैं हमारा यूट्यूब चैनल पंजाब दी शान। ਅੱਜ ਦਾ ਸਾਡਾ ਟੌਪਿਕ ਜੀ ਕਿ ਡਿਵਰਮਿੰਗ ਦੇ ਫਾਇਦੇ ਔਰ ਅਸੀਂ ਸਰਦੀਆਂ ਦੀ ਜਿਹੜੀ ਖੁਰਾਕ ਹੈ ਉਹਦੇ ਤੇ ਗੱਲ ਕਰਾਂਗੇ। ਸਾਡੇ ਨਾਲ ਅੱਜ ਦੀ ਵੀਡੀਓ ਵਿੱਚ ਹੀਰਾ ਭਾਈ ਨੇ ਔਰ ਆਮਦ ਡੋਗਰ ਸਾਹਿਬ ਨੇ। अस्सलाम वालेकुम भाईजान। वालेकुम अस्सलाम जी, की हाल चाल है? अल्हम्दुलिल्लाह, शुक्र है अल्लाह पाक दा। आमर भाई ਅੱਜ ਡਿਵਰਮਿੰਗ ਤੇ ਅਸੀਂ ਗੱਲ ਕਰਨੇ ਆ ਔਰ ਤਾਂ ਕਿ ਦੋਸਤਾਂ ਨੂੰ ਇਸ ਵਿੱਚ ਕੋਈ ਫਾਇਦਾ ਹੋਵੇ ਜੀ। हमसे तो बेसिकली ना डिवर्मिंग भी जानवर ਦੇ ਨਾ ਮੌਸਮ ਦੇ ਮੁਤਾਬਿਕ ਕਰਨੀ ਚਾਹੀਦੀ ਹੈ। ਅੱਛਾ। ਜਿਸ ਤਰ੍ਹਾਂ ਸਰਦੀਆਂ ਸਟਾਰਟ ਹੋ ਗਈਆਂ ਨੇ ਨਾ, ਇਸ ਸਰਦੀਆਂ ਦੇ ਜਾਨਵਰ ਨੂੰ ਮਤਲਬ ਕਿ ਕੋਈ ਐਸੀ ਦਵਾਈ ਨਹੀਂ ਦੇਣੀ ਚਾਹੀਦੀ ਕਿ ਜਾਨਵਰ ਨੂੰ ਵਾਹ ਲੱਗੇ। ਠੀਕ ਹੈ। ਠੀਕ ਹੈ ਨਾ, ਇਸ ਮੌਸਮ ਵਿੱਚ ਜਾਨਵਰ ਨੂੰ ਖੁਰਾਕ ਉਹ ਦੇਣੀ ਮਤਲਬ ਕਿ ਡਿਵਰਮਿੰਗ ਉਸ ਦਵਾਈ ਨਾਲ ਕਰਨੀ ਚਾਹੀਦੀ ਹੈ ਜਿਹਦੇ ਨਾਲ ਜਾਨਵਰ ਨੂੰ ਵਾਹ ਨਾ ਲੱਗੇ ਤੇ ਜਾਨਵਰ ਮਹਿਸੂਸ ਵੀ ਨਾ ਹੋਵੇ ਤੇ ਜਾਨਵਰ ਦਾ ਡਿਵਰਮ ਵੀ ਹੋ ਜਾਵੇ। ਠੀਕ ਹੈ। ਠੀਕ ਹੈ, ਉਹਦੇ ਵਾਸਤੇ ਅਸੀਂ ਅੱਜ ਜਾਨਵਰ ਤੇ ਅਪਲਾਈ ਕਰ ਲਾਂਗੇ ਐਵਰਮੈਕਟਨ। ਠੀਕ ਹੈ। ਸਾਰੇ ਜਾਨਵਰ ਤੇ ਜਿੰਨੇ ਜਾਨਵਰ ਸਭ ਨੂੰ ਐਵਰਮੈਕਟਨ ਲਗਾ ਕੇ ਛੱਡ ਦੇਾਂਗੇ। 15 ਦਿਨ ਬਾਅਦ ਅਸੀਂ ਇੱਕ ਦਫਾ ਆਪਣੇ ਜਾਨਵਰ ਨੂੰ ਥੰਦਰ ਦੇ ਦੇਾਂਗੇ। ਠੀਕ ਹੈ। ਥੰਦਰ ਦੇ ਨਾਲ ਵੀ ਵਾਹ ਨਹੀਂ ਲੱਗਦੀ। ਠੀਕ ਹੈ। ਉਹਦੇ ਨਾਲ ਇਹ ਹੈ ਕਿ ਇਹ ਪੂਰੀ ਸਰਦੀਆਂ ਦਾ ਪ੍ਰੋਸੈਸ ਮੁਕੰਮਲ ਹੋ ਜਾਏਗਾ। ਜਿੰਨੀ ਦੇਰ ਸਰਦੀਆਂ ਰਹਿਣਗੀਆਂ ਅਸੀਂ ਹਰ ਮਹੀਨੇ ਦੀ ਕੋਈ ਇੱਕ ਤਰੀਕ ਡਿਸਾਈਡ ਕਰ ਲਾਂਗੇ। ਜਿਸ ਤਰ੍ਹਾਂ 10 ਤਰੀਕ ਹੈ, ਅਸੀਂ ਹਰ ਮਹੀਨੇ ਦੀ 10 ਤਰੀਕ ਵਾਲੇ ਦਿਨ ਆਪਣੇ ਜਾਨਵਰ ਨੂੰ ਐਵਰਮੈਕਟਨ ਰਿਪੀਟ ਕਰਦੇ ਜਾਵਾਂਗੇ। ਠੀਕ ਹੈ। ਮਤਲਬ ਕਿ ਨੈਕਸਟ 4 ਮੰਥ ਤੱਕ। ਅੱਛਾ। ਜਦੋਂ ਗਰਮੀਆਂ ਜਦੋਂ ਆ ਜਾਣਗੀਆਂ ਅਸੀਂ ਇੱਕ ਦਫਾ ਫਿਰ ਉਦੋਂ ਜਾਨਵਰ ਨੂੰ ਡਿਵਰਮਿੰਗ ਕਰਾਂਗੇ, ਉਹਨਾਂ ਨੂੰ ਵਾਹ ਲਗਵਾ ਕੇ। ਉਸ ਤੋਂ ਬਾਅਦ ਇਹ ਪ੍ਰੋਸੈਸ ਫਿਰ ਉਹੀ ਹੈ, ਇੱਕ ਦਫਾ ਥੰਦਰ ਦੁਬਾਰਾ ਫਿਰ ਐਵਰਮੈਕਟਨ ਸਟਾਰਟ ਰਹੇਗਾ। ਜ਼ਬਰਦਸਤ। ਤੇ ਹੁਣ ਅਸੀਂ ਜਾਨਵਰ ਐਵਰਮੈਕਟਨ ਲਗਾਉਣ ਦਾ ਤਰੀਕਾ ਦੱਸ ਦੇਣਾ ਦੋਸਤਾਂ ਨੂੰ। ਠੀਕ ਹੈ। ਕਿਸ weight ਦੇ ਵਿੱਚ ਕਿੰਨਾ ਲੱਗਦਾ ਹੈ, ਕਿਸ ਤਰ੍ਹਾਂ ਲਾਣਾ ਹੈ, ਕਿਹੜੀ ਜਗ੍ਹਾ ਤੇ ਲਾਣਾ ਹੈ, ਉਹ ਸਾਰਾ ਕੁਝ ਤੁਹਾਨੂੰ ਨਹੀਂ ਰਵੇ ਸਮਝਾ ਦਿੰਦੇ ਨੇ ਜੀ। ਹੀਰਾ ਭਾਈ ਥੋੜਾ ਦੱਸੋ ਜੀ ਤੇ ਨਾਲੇ ਪ੍ਰੈਕਟੀਕਲੀ ਕਰੋ। ਜੀ ਜ਼ਰੂਰ ਅਮਜਦ ਭਾਈ। ਐਵਰਮੈਕਟਨ ਜਿਹੜਾ ਉਹ ਹੈ ਇੰਜੈਕਸ਼ਨ ਹੈ। ਠੀਕ ਹੈ। ਹਮ ਦਿਖਾਓ। ਇਹ ਅਸੀਂ weight ਦੇ ਹਿਸਾਬ ਦੇ ਨਾਲ ਜਾਨਵਰਾਂ ਨੂੰ ਲਗਾਉਂਦੇ ਆ। ਅੱਛਾ। ਠੀਕ ਹੈ। ਕਿਸੇ ਨੂੰ 1 cc ਲੱਗਦਾ, ਕਿਸੇ ਨੂੰ 2 cc ਲੱਗਦਾ ਹੈ। weight ਦੇ ਹਿਸਾਬ ਦੇ ਨਾਲ ਬਕਾਇਦਾ ਉੱਤੇ ਹਰ ਮੈਡੀਸਨ ਦੇ ਉੱਤੇ ਗਾਈਡਨੈਸ ਦਿੱਤੀ ਹੁੰਦੀ ਹੈ। ਠੀਕ ਹੈ। ਹਾਂਜੀ, ਉਸ ਹਿਸਾਬ ਦੇ ਨਾਲ ਤੁਸੀਂ ਲਗਾ ਸਕਦੇ ਜੀ ਜੀ ਐਂਡ ਸਿੰਪਲ। ਠੀਕ ਹੈ। ਠੀਕ ਹੈ ਜੀ। ਇਹ ਜੀ ਇਹਦੇ ਵਾਸਤੇ ਅਸੀਂ ਇਹ ਬੇਸਿਕਲੀ ਲੱਗਦਾ ਹੈ ਸਿਰਫ ਜਿਲਦ ਦੇ ਵਿੱਚ। ਠੀਕ ਹੈ। ਮਸਲਾਂ ਕਿ ਖਲ ਜਿਹਨੂੰ ਕਹਿੰਦੇ ਆ ਨਾ, ਖਲ ਦੇ ਵਿੱਚ ਲੱਗਦਾ। ਹਾਂਜੀ, ਜ਼ੇਰੇ ਜਿਲਦ। ਜ਼ੇਰੇ ਜਿਲਦ। ਠੀਕ ਹੈ। ਠੀਕ ਹੈ। ਵੱਡੇ ਬੱਕਰੇ ਆ ਸਾਡੇ ਕੋਲ ਮਾਸ਼ਾਅੱਲਾ ਅਲਹਮਦੁਲਿਲਾ ਹੈਵੀ weight ਬੱਕਰੇ ਨੇ ਤੇ ਉਹਦੇ ਵਾਸਤੇ ਅਸੀਂ ਇਹਨਾਂ ਨੂੰ 3-3 cc ਹਾਂਜੀ ਠੀਕ ਹੈ ਲਗਾਵਾਂ। ਅੱਛਾ, ਦੋਵਾਂ ਸਾਈਡਾਂ ਤੇ 1.5 ਕਰਕੇ। ਹਾਂਜੀ। 1.5 1.5। ਠੀਕ ਹੈ, ਲਗਾਓ ਜੀ, ਪ੍ਰੈਕਟੀਕਲੀ ਕਰੋ ਜੀ। ਅੱਜ ਉਧਰ ਥੋੜਾ ਜਿਹਾ ਸਟਾਰਟ ਕਰ ਲੈਣਾ। ਬਿਸਮਿਲ੍ਲਾ। ਇਹ ਵੇ ਮੁਲਾਕਾਤ ਨਾਲ ਚੱਲਦਾ ਹੈ। ਹਾਂਜੀ, ਇਹ ਉਹਦੇ ਨੇ ਉਹ ਜਿਹਨੂੰ ਉਹ ਦਿੱਤਾ ਨਾ ਕਿਹੜਾ ਹੈ ਥਾਣੇਦਾਰ ਤੋਂ। ਹਾਂਜੀ, ਥਾਣੇਦਾਰ ਤੋਂ ਸ਼ੁਰੂ ਕਰੋ ਜੀ। ਆਓ ਜੀ ਅਮਜਦ ਭਾਈ ਇੱਧਰ ਆਓ। ਜੀ ਮੈਂ ਆ ਗਿਆ ਜੀ। ਬੱਕਰੇ ਦਾ ਨਾਮ ਹੈ ਜੀ ਥਾਣੇਦਾਰ। ਅੱਛਾ। ਤੇ ਇਸ ਅਮਜਦ ਭਾਈ ਇੱਧਰ ਆਓ। ਹਾਂ। ਨਹੀਂ ਇੱਥੇ ਬਿਲਕੁਲ ਈਜ਼ੀ ਆਉਂਦਾ। ਠੀਕ ਹੈ। ਅੱਛਾ। ਅਮਜਦ ਭਾਈ ਇਹ ਖਲ ਖਿੱਚ ਲੈਣੀ ਹੈ। ਅੱਛਾ। ਇਹ ਸੂਈ ਲਗਾਤੀ ਹੈ। ਠੀਕ ਹੈ। ਗੋਸ਼ਤ ਨਹੀਂ ਲੱਗਣੀ ਚਾਹੀਦੀ। ਕੋਸ਼ਿਸ਼ ਚ ਨਹੀਂ ਗੋਸ਼ਤ ਨਹੀਂ ਲੱਗਣੀ ਚਾਹੀਦੀ। ਐਦਾਂ ਮੈਂ ਇੱਧਰ ਲਾਤਾ ਹੈ। 1.5 ਇੱਕ ਸਾਈਡ ਤੇ। ਹਾਂਜੀ ਜੀ। ਇਹ ਲਗਾ ਕੇ ਤੇ ਇਹਨੂੰ ਮਸਲ ਨਾ ਨਹੀਂ ਹੈ, ਅੱਛਾ, ਲਗਾ ਕੇ ਛੱਡ ਦੇਣਾ। ਛੱਡ ਦੇਣਾ ਹੈ। ਅੱਛਾ, ਠੀਕ ਹੈ। ਇਹ ਮੇਨ ਚੀਜ਼ ਹੈ। ਇਹ ਦੇਖੋ ਜੀ। ਹਾਂ, ਬਿਸਮਿਲ੍ਲਾ। ਇੰਜੈਕਸ਼ਨ ਲਗਾਉਣ ਦਾ ਪੂਰਾ ਤੁਹਾਨੂੰ ਤਰੀਕਾ ਦੱਸ ਰਿਹਾ ਜੀ। ਇਹ ਜੀ ਅਸੀਂ ਲਗਾ ਕੇ ਛੱਡ ਦਿੱਤਾ ਹੈ। ਛੱਡ ਦਿੱਤਾ ਹੈ। ਠੀਕ ਹੈ। ਠੀਕ ਹੈ। ਇਸ ਤੋਂ ਇਲਾਵਾ ਇਹ ਕੋਸ਼ਿਸ਼ ਕਰੀ ਸਾਥੀਆਂ ਨੂੰ ਖਲ ਨੂੰ ਖਿੱਚ ਲਿੱਤਾ ਜਾਵੇ। ਠੀਕ ਹੈ। ਠੀਕ ਹੈ। ਫਿਰ ਖਲ ਦੇ ਵਿੱਚ ਲਾਇਆ ਜਾਵੇ, ਗੋਸ਼ਤ 'ਚ ਨਾ ਲੱਗੇ। ਗੋਸ਼ਤ ਸਟਿਕ ਨਾ ਲਗੇ। ਹਾਂਜੀ ਜੀ, ਜ਼ਬਰਦਸਤ। ਜੀ ਜੀ। ਇਹਨੂੰ ਕੱਪ ਲਾਈਏ, 2 ਲਾਈਏ, ਨਹੀਂ ਕੋਈ ਡੇਢ ਲਾ ਦੇ ਸਾਰੇ। ਡੇਢ ਲਗਾ ਦੀ। ਅੱਲਾ ਦੇ ਟੁਕੇ ਅੱਗੇ ਇਹਨੂੰ ਖੁਰਾਕ ਸਟਾਰਟ ਹੋ ਗਈ। ਇਹ ਜੀ ਅਮਜਦ ਭਾਈ ਦੂਸਰਾ ਬੱਕਰਾ ਸਾਡਾ। ਜੀ, ਖਲ ਖਿੱਚ ਲਓ ਜੀ। ਇਹ ਦੇਖੋ। ਇਸ ਬੱਕਰੇ ਦਾ ਨਾਮ ਸਰਦਾਰ ਹੈ ਜੀ। ਅੱਛਾ ਅਮਜਦ ਸਰਦਾਰ। ਭਾਈ, ਜਿਹੜੇ ਬੱਕਰੇ ਸਾਰੇ ਵੀਡੀਓ ਦੇ ਵਿੱਚ ਆਣਗੇ ਨਾ, ਹਾਂ ਹਾਂ। ਅਗਰ ਕੋਈ ਦੋਸਤ ਇਹ ਬੱਕਰੇ ਲੈ ਕੇ ਆਪਣਾ ਸ਼ੋਅ ਕਰਨਾ ਚਾਹੇ ਠੀਕ ਹੈ। ਤੇ ਇਹ ਬੱਕਰੇ ਅਵੇਲੇਬਲ ਵੀ ਜੀ। ਠੀਕ ਹੈ। ਜਿੰਨੇ ਵੀ ਬੱਕਰੇ ਨੇ, ਜਿੰਨੇ ਵੀ ਬੱਕਰੇ ਨੇ ਇਹ ਫॉर ਸੇਲ ਨੇ ਜੀ। ਕੋਈ ਵੀ ਦੋਸਤ ਚਾਹੇਗਾ ਤੇ ਫੋਰ ਸੇਲ ਵੀ ਹੈ ਜੀ। ਇਹ ਸਾਈਡ ਤੇ ਲੱਗ ਗਿਆ ਜੀ। ਹਾਂਜੀ, ਇਹ ਬਰੀਡਰ ਵੀ ਨੇ। ਅੱਛਾ। ਬਾਹਰ ਸਾਰੇ ਬਰੀਡਰ ਨੇ, ਕੁਝ ਅੰਦਰ ਖਸੀ। ਇਹ ਵੀ ਖਸੀ ਜਾਨਵਰ ਹੈ ਜਿਹੜਾ ਤੁਹਾਨੂੰ ਪਹਿਲੇ ਦਿਖਾਇਆ, ਉਹ ਵੀ ਖਸੀ ਹੈ। ਅੱਛਾ। ਜਿਨ੍ਹਾਂ ਨੂੰ ਹੁਣ ਅਸੀਂ ਲਗਾਣੇ ਨੇ ਸਾਰੇ ਬੱਕਰੇ ਸਾਰੇ ਖਸੀ ਨੇ। ਇਹ ਟੋਟਲ ਕਿਤਨੇ ਐਨੀਮਲ ਨੇ ਤੁਹਾਡੇ ਕੋਲ? ਮੇਰੇ ਕੋਲ 52 ਐਨੀਮਲ 52 ਐਨੀਮਲ। 52 ਐਨੀਮਲ ਜੀ, ਇਹ ਜ਼ਬਰਦਸਤ। ਜੀ ਅਮਜਦ ਭਾਈ ਅੱਛਾ। ਹਾਂਜੀ ਬੋਲੋ। ਜਾਨਵਰ ਬੜੇ ਨੇ, ਇਹਨਾਂ ਨੂੰ ਅਸੀਂ 3-3 cc ਲਗਾ ਰਹੇ ਹਾਂ। ਅੱਛਾ। ਜਿਹੜਾ ਛੋਟਾ ਹੈਗਾ ਉਹਨੂੰ ਅਸੀਂ ਕੰਮ ਲਗਾਵਾਂਗੇ। ਅੱਛਾ। ਕਿਸੇ ਨੂੰ 1 cc ਵੀ ਲੱਗੇਗਾ, ਕਿਸੇ ਨੂੰ 1.5 ਵੀ ਲੱਗੇਗਾ, ਕਿਸੇ ਨੂੰ 2 ਵੀ ਲੱਗੇਗਾ। ਅੱਛਾ। ਜੀ ਇਹ ਜਿਹੜਾ ਪ੍ਰੋਸੈਸ ਹੈ। ਮੈਂ ਇਹਦੇ ਤੁਸੀਂ ਜਿਹੜਾ 140 kg ਪਲੱਸ ਹੈ ਨਾ ਜਾਨਵਰ, ਅੱਛਾ।
ਉਹਨੂੰ 3 ਸੀਸੀ ਲੱਗੇਗਾ। ਉਸ ਤੋਂ ਜਿਹੜਾ ਥੱਲੇ ਹੋਏਗਾ 100 ਤੋਂ ਜਿਹੜਾ 100 ਤੇ 150 ਦੇ ਦਰਮਿਆਨ 'ਚ ਜਿਹੜਾ ਹੋਏਗਾ ਉਹਨੂੰ 2 ਸੀਸੀ। ਉਹਨੂੰ 2 ਸੀਸੀ। ਉਸ ਤੋਂ ਥੱਲੇ 1 ml 1.5 ml ਬਸ ਇੰਨਾ ਕੁ ਲੱਗੇਗਾ। ਠੀਕ ਤੇ ਹੈ। ਤੁਸੀਂ ਜ਼ੇਰੇ ਜਿਲਦ ਜਦੋਂ ਲਗਾਉਂਦੇ ਨਾ ਗਰਦਨ ਦੇ ਕੋਲ ਕਾਫੀ ਗੁੰਜਾਇਸ਼ ਹੁੰਦੀ ਹੈ ਅੱਛਾ ਖਾਲ ਦੀ। ਅੱਛਾ ਉਹਨੂੰ ਜਦੋਂ ਤੁਸੀਂ ਖਿੱਚਦੇ ਨਾ ਕਾਫੀ ਇਹ ਉੱਤੇ ਆ ਜਾਂਦੀ ਹੈ। ਉਹਦੇ ਵਿੱਚ ਤੁਸੀਂ ਬੜੇ ਈਜ਼ੀਲੀ ਲਗਾ ਸਕਦੇ ਹੋ। ਜੀ ਜ਼ਬਰਦਸਤ ਹੋ ਗਿਆ। ਹਾਂਜੀ ਬਾਕੀ ਜਾਨਵਰਾਂ ਤੇ ਬਾਹਰ ਚਲੀਏ ਉਹ ਵੀ ਵਿਖਾ ਦਿਓ। ਅੱਛਾ ਇਹਨੂੰ ਲਗਾਓ। ਇਸ ਬੱਕਰੇ ਦਾ ਨਾਮ ਕੀ ਹੈ ਜੀ? ਇਹਦਾ ਨਾਮ ਨੰਬਰਦਾਰ ਹੈ ਜੀ। ਨੰਬਰਦਾਰ। ਮਾਸ਼ਾਅੱਲਾ ਅੰਦਰ ਵੀ ਮਾਸ਼ਾਅੱਲਾ ਇਹਦਾ 160 kg weight ਹੈ ਇਸ ਬੱਕਰੇ ਦਾ। 160 ਮਾਸ਼ਾਅੱਲਾ ਮਾਸ਼ਾਅੱਲਾ। ਉਮਰ ਕਿਤਨੀ ਇਹਦੀ? ਉਮਰ 6 ਦਾ ਹੈ। 6 ਦੰਦ। ਹਾਂਜੀ 160। ਅੱਛਾ ਅੱਛਾ ਇਹਦੇ ਚ ਨਾ ਮੈਂ ਇੱਕ ਚੀਜ਼ ਹੋਰ ਦੋਸਤੋਂ ਦੱਸਾਂਗਾ। ਅਕਸਰ ਦੋਸਤ ਕਹਿੰਦੇ ਨੇ ਜੀ ਆਮਰ ਡੋਗਰ ਜਾਨਵਰ ਬਹੁਤ ਮਹਿੰਗੇ ਵੀ। ਜੀ ਬਿਲਕੁਲ ਇਹ ਸਵਾਲ ਕਰਦੇ ਨੇ ਜੀ। ਹਾਂਜੀ ਦੇਖੋ ਲੋਕ ਮੰਡੀਆਂ 'ਚ ਜਾਨਵਰ ਲੈ ਕੇ ਆਉਂਦੇ ਨੇ, ਨਾ ਮਾਂ ਦਾ ਪਤਾ ਨਾ ਪਿਓ ਦਾ ਪਤਾ। ਠੀਕ ਹੈ ਅਲਹਮਦੁਲਿਲਾ ਸਾਡੇ ਕੋਲ ਜਿਹੜੇ ਜਾਨਵਰ ਹੁੰਦੇ ਨੇ ਪ੍ਰੋਪਰ ਇਹਨਾਂ ਦੀ ਵੈਕਸੀਨ ਹੋਈ ਹੁੰਦੀ ਹੈ, ਪ੍ਰੋਪਰ ਇਹਨਾਂ ਦੀ ਡਿਵਰਮਿੰਗ ਹੋਈ ਹੁੰਦੀ ਹੈ। ਜਾਨਵਰ ਅਲਹਮਦੁਲਿਲਾ ਬਿਮਾਰੀ ਤੋਂ ਪਾਕ ਹੁੰਦੇ ਨੇ। ਠੀਕ ਹੈ ਇੱਕ ਨਾਲੋਂ ਵੱਧ ਕੇ ਦੂਸਰਾ ਜਾਨਵਰ ਸਾਡਾ ਸਿਹਤਮੰਦ ਹੋਏਗਾ ਇਨਸ਼ਾਅੱਲਾ। ਜ਼ਬਰਦਸਤ। ਦੇਖੋ ਅਗਰ ਅਸੀਂ ਇੰਨੀ ਮਿਹਨਤ ਕਰਨੇ ਆ ਤੇ ਜੇ ਅਗਰ ਸਾਡਾ ਜਾਨਵਰ ਮੰਡੀਆਂ ਨਾਲ ਕੋਈ 10-20 ਹਜ਼ਾਰ ਰੁਪਏ ਦਾ ਫਰਕ ਹੈ, ਮੰਡੀਆਂ 'ਚ ਲਿਆ ਕੇ ਜੋ ਖਪਣਾ ਹੈ ਤੇ ਬਿਹਤਰ ਨਹੀਂ ਹੈ ਕਿ ਸਾਨੂੰ 10-20 ਹਜ਼ਾਰ ਰੁਪਏ ਜ਼ਿਆਦਾ ਦਿੱਤਾ ਉਹ ਚੰਗਾ। ਉਹਦੀ ਵਜ੍ਹਾ ਕੀ ਹੈ? ਅਸੀਂ ਐਕਸਟਰਾ ਨਹੀਂ ਲੈ ਰਹੇ, ਉਹ ਸਾਡੇ ਪੈਸੇ ਆਲਰੇਡੀ ਜਾਨਵਰ ਤੇ ਲੱਗੇ ਹੋਏ ਨੇ। ਬਿਲਕੁਲ ਸਹੀ। ਮਤਲਬ ਸਾਡੇ ਕੋਲੋਂ ਜਿਹਨੇ ਜਾਨਵਰ ਲੈ ਕੇ ਜਾਣਾ ਹੈ, ਮੇਰੇ ਕੋਲੋਂ ਜਾਂ ਹੀਰੇ ਭਾਈ ਕੋਲ ਜਿਹਨੇ ਵੀ ਜਾਨਵਰ ਲੈਣਾ ਹੈ ਨਾ, ਉਹਨੇ ਜਦੋਂ ਜਾਨਵਰ ਆਪਣੇ ਘਰ ਲੈ ਕੇ ਜਾ ਕੇ ਬੰਨਣਾ, ਉਹਨੂੰ ਖਪਣਾ ਨਹੀਂ ਪੈਣਾ। ਉਹਨੂੰ ਆਲਰੇਡੀ ਹਰ ਚੀਜ਼ ਉਹਦੀ ਸਮਝ ਲਵੋ ਕਿ ਤੁਸੀਂ ਪੈਕਟ ਪੈਕ ਉਹਨੂੰ ਹਰ ਚੀਜ਼ ਮਿਲਣੀ ਹੈ। ਗਲੀ ਤੇ ਲੱਗੇ ਹੁੰਦੇ ਨੇ। ਹਾਂਜੀ ਪੈਕਟ ਪੈਕ ਉਹਨੂੰ ਮਿਲਣੀ, ਉਹਨੇ ਸਿਰਫ ਜਾ ਕੇ ਖੋਲਣਾ ਤੇ ਉਹਨੇ ਯੂਜ਼ ਕਰਨਾ। ਜਿਹੜੇ ਮੰਡੀਆਂ ਦੇ ਵਿੱਚੋਂ ਲਿਆਣੇ ਨੇ, ਮੰਡੀਆਂ 'ਚ ਕੋਈ ਡਿਫਰੈਂਟ ਬਿਮਾਰੀਆਂ ਦੇ ਵਿੱਚੋਂ ਜਾਨਵਰ ਨੰਗੇ ਹੁੰਦੇ ਨੇ। ਅਕਸਰ ਮੰਡੀ ਵਿੱਚ ਜਾਨਵਰ ਆ ਕੇ ਉਹੀ ਲੋਕੀ ਸੇਲ ਕਰ ਜਾਂਦੇ ਨੇ ਜਿਨ੍ਹਾਂ ਨੂੰ ਭਾਈ ਨੇ ਕੋਈ ਮਸਲਾ ਹੁੰਦਾ ਹੈ, ਕੋਈ ਲੰਗਸ ਦੀ ਪ੍ਰੋਬਲਮ ਹੁੰਦੀ ਹੈ, ਇੰਟਰਨਲ ਆਰਗਨਸ ਕੋਈ ਵੀ ਪ੍ਰੋਬਲਮ ਹੋਈ। ਲੇਕਿਨ ਅਲਹਮਦੁਲਿਲਾ ਸਾਡੇ ਕੋਲ ਜਿਹਨੇ ਜਾਨਵਰ ਲੈਣਾ ਹੈ, ਸਾਡੇ ਪਹਿਲੇ ਸਾਡੇ ਜਾਨਵਰ ਤੇ ਜਾ ਕੇ ਬਲੱਡ ਟੈਸਟ ਕਰਾਉਣ ਕੋਈ ਬਿਮਾਰੀ ਤੇ ਨਹੀਂ ਹੈ। ਦੇਖੋ ਕਿੰਨੀ ਵੱਡੀ ਗੱਲ ਕਰ ਰਹੇ ਹਾਂ। ਹਾਂਜੀ ਬੜੀ ਗੱਲ ਹੈ। ਅਗਰ ਬਿਮਾਰੀ ਹੋਵੇ ਤਾਂ ਭਾਜੀ ਜਿੰਨਾ ਬਲੱਡ ਟੈਸਟ ਦੇ ਪੈਸੇ ਲੱਗਣਗੇ ਅਸੀਂ ਤੁਹਾਨੂੰ ਉਹਨਾਂ ਨੂੰ ਰਿਟਰਨ ਦੇਵਾਂਗੇ। ਕੀ ਬਾਤ। ਅਲਹਮਦੁਲਿਲਾ ਸਾਡੇ ਕੋਲ ਸਾਰੇ ਜਾਨਵਰ ਜਿਹੜੇ ਪ੍ਰੋਪਰ ਜਿਹੜਾ ਹੈ ਨਾ ਇਹਨਾਂ ਦੀ ਕੇਅਰ ਜਿਹੜੀ ਅਸੀਂ ਕਰਨੇ ਆ ਟਾਈਮਿੰਗ ਦੇ ਨਾਲ ਕਰਨੇ ਆ। ਮੈਡੀਸਨ ਜਿਹੜੀ ਉਹ ਕੋਈ ਵੀ ਜਿਹੜੀ ਹਿਫਾਜ਼ਤੀ ਮੈਡੀਸਨ ਜਿਸ ਤਰ੍ਹਾਂ ਬੱਚਿਆਂ ਨੂੰ ਹਿਫਾਜ਼ਤੀ ਟੀਕੇ ਲੱਗਦੇ ਨੇ, ਸਾਰੀ ਸਾਡੀ ਪ੍ਰੋਪਰ ਜਿਹੜੀ ਟਾਈਮਿੰਗ ਦੇ ਨਾਲ ਲੱਗਦੀ ਹੈ ਇਹਨਾਂ ਨੂੰ। ਜੀ ਜ਼ਬਰਦਸਤ। ਅਸੀਂ ਆਪਣਾ ਮਤਲਬ ਕਿ ਹਰ ਮੰਥ ਦੀ 10 ਤਰੀਕ ਰੱਖੀ ਹੋਈ ਹੈ। ਅੱਛਾ ਅਸੀਂ 10 ਤਰੀਕ ਨੂੰ ਅਸੀਂ ਆਪਣੇ ਜਾਨਵਰਾਂ ਨੂੰ ਐਵਰਮੈਕਟਨ ਇੰਜੈਕਸ਼ਨ ਜ਼ਰੂਰ ਲਗਾਉਂਦੇ ਆ ਹਰ ਮਹੀਨੇ। ਹਰ ਮਹੀਨੇ। ਠੀਕ ਹੈ। ਉਹਦੇ ਵਿੱਚ ਅਸੀਂ ਜਿਹੜੇ ਜਾਨਵਰ ਕੋਈ ਨਵੇਂ ਆ ਜਾਂਦੇ ਨੇ ਉਹਨਾਂ ਦੀ ਮਤਲਬ ਕਿ ਡੇਟ ਅੱਗੇ ਪਿੱਛੇ ਉਹਨਾਂ ਦੀ ਹੋ ਜਾਂਦੀ, ਲੇਕਿਨ ਵੈਰੀ ਨੈਕਸਟ ਮੰਥ ਉਹ ਸੇਮ ਡੇਟ ਦੇ ਨਾਲ ਮਿਲ ਜਾਂਦੇ ਨੇ। ਵੈਸੇ ਤੁਸੀਂ ਇਹ ਥੰਡਰ ਯੂਜ਼ ਕਰਦੇ ਹੋ, ਪੰਚ ਯੂਜ਼ ਕਰਦੇ ਹੋ? ਅਸੀਂ ਜਿਹੜੀ ਪਹਿਲੀ ਡਿਵਰਮਿੰਗ ਕਰਨੀ ਹੈ ਨਾ ਜਾਨਵਰ ਦੀ, ਮਤਲਬ ਕਿ ਅਕਸਰ ਜੂਆਂ ਦੇ ਵਿੱਚੋਂ ਕੋਈ ਜਾਨਵਰ ਆਉਂਦਾ ਨਾ ਮੌਸਮ ਦੇ ਮੁਤਾਬਿਕ। ਅੱਛਾ। ਤੇ ਗਰਮੀਆਂ ਤੋਂ ਅਸੀਂ ਇਹਨੂੰ ਪੰਚ ਦੇ ਦਿੰਦੇ ਆ। ਅੱਛਾ। ਪੰਚ ਦੇ ਕੇ ਛੱਡ ਦਈਦਾ। 15 ਦਿਨਾਂ ਬਾਅਦ ਅਸੀਂ ਜਾਨਵਰ ਨੂੰ ਐਵਰਮੈਕਟਨ ਲਗਾਉਂਦੇ ਹਾਂ। ਉਸ ਤੋਂ ਅਗਲੇ 15 ਦਿਨਾਂ ਬਾਅਦ ਜਾਨਵਰ ਨੂੰ ਥੰਦਰ ਦੇ ਦਿੰਦੇ ਆ। ਠੀਕ ਹੈ। ਇੱਕ ਮਹੀਨੇ ਇਸ ਡਿਵਰਮਿੰਗ ਵਾਲਾ ਪ੍ਰੋਸੈਸ ਦਾ ਮੁਕੰਮਲ ਕਰ ਲੈਣਾ। ਨਾਲ ਫਿਰ ਜੋ ਉਸ ਟਾਈਮ ਮਤਲਬ ਕਿ ਹਿਫਾਜ਼ਤੀ ਮੈਡੀਸਨ ਚੱਲ ਰਹੀਆਂ ਹੁੰਦੀਆਂ ਨੇ ਉਹ ਤੇ ਇੱਕ ਅਲੱਗ ਚੀਜ਼ ਹੈ। ਫਿਰ ਅਸੀਂ ਹਰ ਮਹੀਨੇ ਜਿਹੜਾ ਨਾ 4 ਮਹੀਨੇ ਤੱਕ ਹਰ ਮਹੀਨੇ ਜਾਨਵਰ ਨੂੰ ਜ਼ੇਰੇ ਜਲਦ ਇੰਜੈਕਸ਼ਨ ਲਗਾਉਂਦੇ ਐਵਰਮੈਕਟਨ ਦਾ ਹੀ। ਅੱਛਾ। ਇਹਦੇ ਚ ਐਵਰਮੈਕਟਨ ਆਉਂਦਾ ਹੈ, ਐਵਰਮੈਕ ਆਉਂਦਾ ਹੈ, ਮਤਲਬ ਡਿਫਰੈਂਟ ਨਾਮ ਤੋਂ ਆਉਂਦੇ ਨੇ ਲੇਕਿਨ ਫਾਰਮੂਲਾ ਕੀ। ਠੀਕ ਹੈ। ਫਿਰ ਉਸੇ ਤਰ੍ਹਾਂ ਹੀ 3 ਮਹੀਨੇ ਬਾਅਦ ਅਸੀਂ ਦੁਬਾਰਾ ਫਿਰ ਉਹੀ ਪ੍ਰੋਸੈਸ ਸਟਾਰਟ ਕਰਨੇ ਆ, ਪੰਚ ਐਵਰਮੈਕਟਨ ਥੰਦਰ। ਅੱਛਾ ਮੈਂ ਇੱਥੇ ਜਿਸ ਟਾਈਮ ਪਹਿਲੇ ਆਇਆ ਤਾਂ ਮੈਂ ਕਿਸੇ ਇੱਥੇ ਲੜਕੇ ਨੇ ਗੱਲ ਕੀਤੀ ਹੈ ਕਿ ਕਿਸੇ ਜਾਨਵਰ ਨੂੰ 30 ਸੀਸੀ ਵੀ ਥੰਡਰ ਦਿੱਤਾ ਗਿਆ। ਇਹ ਜ਼ਿਆਦਾ ਮਿਕਦਾਰ ਜ਼ਿਆਦਾ ਨਹੀਂ? ਨਹੀਂ ਮੈਂ ਦੱਸ ਦੇਖੋ ਜਾਨਵਰ ਬੋਡੀ weight ਦੇ ਮੁਤਾਬਕ ਦੇਦੀ ਨਾ। ਹਾਂ ਹਾਂ। ਹੁਣ ਮਾਸ਼ਾਅੱਲਾ 150 ਕਿਲੋ ਦਾ ਅਗਰ ਬੱਕਰਾ ਹੋਵੇ ਅੱਛਾ ਉਹਨੂੰ 30 ਸੀਸੀ ਕੀ ਕਹਿੰਦੇ ਉਹਨੂੰ 30 ਸੀਸੀ ਵਾਲੀਜ਼ਮ ਕਰ ਜਾਂਦਾ। ਠੀਕ ਹੋ ਗਿਆ ਸਮਝ ਗਿਆ। ਬਸ ਇਸ ਤਰ੍ਹਾਂ ਹੀ ਹੈ ਜੀ ਜ਼ਬਰਦਸਤ ਹੋ ਗਿਆ। ਬਾਕੀ ਐਨੀਮਲ ਤੇ ਚੱਲਨੇ ਜੀ ਤੇ ਨਾਲ ਗੁਫ਼ਤਗੂ ਜਾਰੀ ਰਹੇਗੀ। ਦੂਸਰਾ ਐਵਰਮੈਕਨ ਦਾ ਇੰਨੇ ਕੁ ਫਾਇਦੇ ਨੇ ਤੁਹਾਡੇ ਜ਼ੇਰੇ ਜਿਲਦ ਜਿੰਨੇ ਕੀੜੇ ਜਾਂ ਜਰਾਸੀਮ ਨੇ ਉਹ ਖਤਮ ਕਰਦਾ ਹੈ, ਖੁਸ਼ਕੀ ਖਤਮ ਕਰਦਾ ਹੈ। ਦੂਸਰਾ ਉਸ ਤੋਂ ਇਲਾਵਾ ਪੇਟ ਦੇ ਜਿਗਰ ਦੇ ਕੀੜੇ हाँ हाँ ਇਹਦਾ ਮਾਸ਼ਾਅੱਲਾ ਬਹੁਤ ਜ਼ਿਆਦਾ ਫੰਕਸ਼ਨ ਹੈ। अच्छा ज़बरदस्त। आमिर भाई आओ जरा बाहर चलिए, बाकी एनिमल भी दिखाने इससे वीडियो एनु लग नहीं गया अंदर ले आओ जी आओ जी। नहीं 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 कोई मसला नहीं, सारे वीडियो दिखावांगे, एनिमल दिखाने सारे। ਦੋਵਾਂ ਪਾਸੇ ਲਾ ਹਾਂ ਵੀ ਵੇਲਾ ਹੋ ਗਿਆ ਤੇਰਾ ਬੱਕਰਾ। बकरे का नाम जी? ਇਹ ਬੱਕਰਾ ਨਾਮ ਹੈ ਜੀ ਮੀਰ ਚਾਕਰ। मीर चाकर। क्या बात। ਹਾਂ ਜੀ ਆ ਜਾਓ ਜੀ ਅਮਜਦ ਭਾਈ ਉਹਦੇ ਨਾਲ ਤਰੀਕਾ ਦੇ बच्चे साइड। ਇਹ ਦੇਖੋ ਬੜਾ ਈਜ਼ੀ ਐਂਡ ਸਿੰਪਲ। हाँ हाँ ਜਿਲਦ ਖਿੱਚੀ ਹੈ, हाँ ਸੂਈ ਲਗਾਈ ਹੈ। अच्छा। ਇਹ ਹਾਫ 1.5 ਸੀਸੀ ਮੈਂ ਇੱਧਰ ਲਗਾਤਾ ਹੈ, ਇਹਨੂੰ ਮੱਲਣਾ ਨਹੀਂ, मलना नहीं नो मसलना नहीं है। ठीक है। ਇਸੇ ਤਰ੍ਹਾਂ ਮੈਂ ਦੂਸਰੀ ਸਾਈਡ ਤੇ ਲਗਾਵਾਂਗਾ ਇਹਨੂੰ। अच्छा। ਇਹ ਦੇਖੋ ਜਿਲਦ ਖਿੱਚ ਲਈ ਹੈ। हाँ ਇਹ
ਜ਼ਬਰਦਸਤ। ਇਹ ਮੈਂ ਫਾਰਮੂਲਾ ਪਹਿਲੀ ਵਾਰ ਵੇਖ ਰਿਹਾ ਜੀ ਕਿ ਜਾਨਵਰ ਨੂੰ ਜਿਹੜਾ ਲਗਾਇਆ ਜਾ ਰਿਹਾ ਦੋਵਾਂ ਸਾਈਡਾਂ ਤੇ ਲਗਾਇਆ ਜਾ ਰਿਹਾ ਇੰਜੈਕਸ਼ਨ। ਛੱਡ ਦੇ ਇਹ ਜਦੋਂ ਇਹ ਜਾਨਵਰ ਨੂੰ ਇਹ ਚੁਭਦਾ ਵੀ ਹੈ ਚੁਭਦਾ ਬਿਲਕੁਲ, ਲੇਕਿਨ ਵਕਤੀ ਤੌਰ ਤੇ ਚੁਭਦਾ ਹੈ, ਯਾਨੀ ਕਿ ਚੰਦ ਸੈਕਿੰਡ ਬਾਅਦ। ਚੰਦ ਸੈਕਿੰਡ ਵਾਸਤੇ ਬਿਲਕੁਲ। ਹੁਣ ਇਹਨੂੰ ਥੋੜਾ ਜਿਹਾ ਕੀਤਾ ਇਹਨੂੰ ਮਲਣਾ ਬਿਲਕੁਲ ਨਹੀਂ ਹੈ, ਮਲੋਗੇ ਤੇ ਬਾਹਰ ਆਏਗਾ, ਅੱਛਾ ਪਹਿਲਾਂ ਨਹੀਂ ਹੈਗਾ। ਕਿਉਂਕਿ ਇਹ ਟੀਕਾ ਹੁੰਦਾ ਸਾਰਾ ਸਖਤ। ਇਹ ਜ਼ਬਰਦਸਤ। ਜਿਹੜਾ ਦਰਾ ਤੁਸੀਂ ਮੋਟੀ ਸੂਈ ਨਾਲ ਲਗਾਓ। ਹਾਂ ਜੀ ਸਰ। ਇਹ ਸਾਡਾ ਮੇਨ ਬੱਕਰਾ ਹੈ। ਲੋਕੀ ਆਪਣੀ ਵੀਡੀਓ ਮੇਨ ਜਾਨਵਰ ਨਹੀਂ ਦਿਖਾਉਂਦੇ, ਲੇਕਿਨ ਅਸੀਂ ਤੁਸੀਂ ਸਾਡੇ ਭਾਈ ਹੋ, ਕਿਆ? ਸਾਡੇ ਕੋਲ ਦੂਰੋਂ ਚੱਲ ਕੇ ਆਉਂਦੇ ਹੋ। ਬੜੀ ਮੁਹੱਬਤ ਹੈ ਜੀ। ਦੇਖੋ ਅਸੀਂ ਜੋ ਚੀਜ਼ ਦੋਸਤਾਂ ਨੂੰ ਦੱਸ ਰਹੇ ਹਾਂ, ਲੱਗ ਗਿਆ। ਅਸੀਂ ਆਪਣੇ ਜਾਨਵਰ ਨੂੰ ਵੀ ਸੇਮ ਚੀਜ਼ ਅਪਲਾਈ ਕਰ ਲਓ ਬਈ ਦੇ। ਅੱਛਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਬਿਸਮਿਲ੍ਲਾ ਬਿਸਮਿਲ੍ਲਾ। ਪੜੋ। ਅੱਲਾਹ ਸ਼ਾਫੀ, ਅੱਲਾਹ ਕਾਫੀ, ਮਾਸ਼ਾਅੱਲਾ। ਅਲਹਮਦੁਲਿल्लाह, ਅੱਲਾਹ ਪਾਕ ਦੀ ਜ਼ਾਤ ਬਰਕਤ ਪਾ। ਇਨਸ਼ਾਅੱਲਾ। ਬਿਸਮਿਲ੍ਲਾ ਜੀ। ਇਸ ਤੋਂ ਬਾਅਦ ਸਾਡਾ ਇੱਕ ਹੋਰ ਬੰਦਾ ਮੇਨ ਹੈ, ਮਤਲਬ ਦਾ ਬੱਕਰਾ ਵੀ ਮੇਨ ਹੈ, ਅੱਛਾ ਉਹ ਬਾਬਾ ਜੀ। ਬਾਬਾ ਜੀ ਤਾਂ ਬਿਲਕੁਲ ਬਾਬਾ ਜੀ ਨੇ ਕਿਹਾ ਜੀ ਜੋ ਮਰਜ਼ੀ ਹੋ ਜਾਏ, ਮੇਰੇ ਜਾਨਵਰ ਦੀ ਖੁਰਾਕ ਦਾ ਟਾਈਮ ਹੈ। ਹਾਂ ਬਾਬਾ ਜੀ ਆਪਣੀ ਚਾਹ ਠੰਡੀ ਹੋਣ ਦੀ। ਸਹੀ ਗੱਲ। ਮੈਂ ਬੱਕਰੇ ਨੂੰ ਪਹਿਲੇ ਪੱਠੇ ਦੇਣੇ, ਫਿਰ ਚਾਹ ਪੀਣੀ। ਕੀ ਬਾਤ ਹੈ। ਇਹਨੂੰ ਦੋਵਾਂ ਸਾਈਡਾਂ ਤੇ ਲੱਗ ਰਿਹਾ ਜੀ ਇੰਜੈਕਸ਼ਨ। ਲੱਗ ਗਿਆ। ਇਹ ਭਲਵਾਨ ਉਠਾਏ ਕੀ ਨਾ ਤੇਰਾ ਪੁੱਤਰ। ਪਹਿਲਵਾਨ ਉਠਾਓ ਜੀ। ਚੱਲ ਉੱਠ ਪਹਿਲਵਾਨ। ਅੱਛਾ ਇਹ ਪਹਿਲਵਾਨ ਮੈਂ ਪਿਛਲੀ ਦਫਾ ਵੀ ਆਇਆ ਨਾ, ਉਦੋਂ ਵੀ ਇਹ ਬੈਠਾ ਹੋਇਆ ਸੀ। ਅੰਦਰ ਭਾਈ ਮਾਸ਼ਾਅੱਲਾ ਬੱਕਰੇ ਕੋ weight ਹੈ ਨਾ, ਹਾਂਜੀ ਤੇ ਉਹ ਫਿਰ ਇੰਨੇ weight ਦੇ ਵਿੱਚ ਜਾਨਵਰ ਸੀ। ਆਪ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦਾ ਬਿਸਮਿਲ੍ਲਾ। ਇਜ਼ੀ ਰਵੇ। अब वो दरवाजा बंद करिए यार, उधर उधर ਉਹ ਬਾਬਾ ਜੀ ਬਾਬਾ ਲਾ ਦੂੰਗਾ। ਅੱਛਾ ਬਿਸਮਿਲ੍ਲਾ। ਲਿਆਓ ਜੀ ਵਜਨ। ਇਹਦਾ ਨਾਮ ਪਹਿਲਵਾਨ। पहलवान। ਪਹਿਲਵਾਨ ਜੀ, ਲਾਹੌਰੀ ਪਹਿਲਵਾਨ ਜੀ ਆ ਗਿਆ ਜੀ। ਪਹਿਲਵਾਨ ਨੂੰ ਇੰਜੈਕਸ਼ਨ ਲੱਗਦਾ ਪਿਆ ਜੀ ਐਵਰਮੈਕਟਨ। ਅੰਜਦ ਭਾਈ ਇੱਕ ਦਫਾ ਫੇਰ ਰਿਪੀਟ ਕਰਨਾ ਕਿ ਗੋਸ਼ਤ ਵਿੱਚ ਨਹੀਂ ਲੱਗਣਾ ਚਾਹੀਦਾ। ਗੋਸ਼ਤ ਵਿੱਚ ਨਹੀਂ ਲੱਗਣਾ ਚਾਹੀਦਾ। ਹਾਂਜੀ ਸਿਰਫ ਖਲ ਦੇ ਵਿੱਚ ਲੱਗਣਾ ਚਾਹੀਦਾ। ਠਲ ਦੇ ਵਿੱਚ। 15-20 ਦਿਨ ਮਹੀਨੇ ਬਾਅਦ ਇਹਨਾਂ ਦੀ ਸਕਿਨ ਤੋਂ ਤੇ ਇੰਨੀ ਕੁ ਸ਼ਾਈਨਿੰਗ ਆ ਜਾਂਦੀ ਹੈ, ਇਹਨਾਂ ਦਾ ਤੁਹਾਡੀ ਸੋਚ ਹੈ। ਬਿਲਕੁਲ ਮੇਨ ਗੱਲ ਜਿਹੜੀ ਉਹ ਮੈਂ ਜਿਹੜੀ ਸਿੱਖ ਕੇ ਜਾ ਰਿਹਾ ਉਹ ਇਹ ਕਿ ਦੋਵਾਂ ਸਾਈਡਾਂ ਤੇ ਇੰਜੈਕਸ਼ਨ ਲਗਾਓ ਔਰ ਉਹਨੂੰ ਮੱਲੋ ਨਾ, ਮਸਲ ਨਹੀਂ ਕਰਨਾ। ਇਹ ਬਹੁਤ ਜ਼ਬਰਦਸਤ ਹੈ ਜੀ। ਇਹ ਪ੍ਰੋਪਰ ਡਿਵਰਮਿੰਗ ਹੈ। ਅੱਛਾ ਐਵਰਮੈਕਟਨ ਇੰਜੈਕਸ਼ਨ ਜਿਹੜਾ ਹੈ ਨਾ, ਇਹ ਪ੍ਰੋਪਰ ਡਿਵਰਮਿੰਗ ਹੈ। ਇਹ ਜਾਨਵਰ ਦੇ ਜਿਗਰ ਦੇ ਜਿਹੜੇ ਕੀੜੇ ਨੇ ਨਾ, ਉਹਨੂੰ ਵੀ ਰਿਮੂਵ ਕਰ ਦਿੰਦੇ। अच्छा आमिर भाई एक चीज ਬੱਕਰਾ ਫੜ ਲੂਗੀ। एक सवाल और मेरे जहन च आया सी। एक दफा एक दोस्त ने सवाल किया सी, बाहर आए ने। ਇਹਨੂੰ ਲੱਗ ਗਿਆ लग गया। ਅੱਛਾ ਕਿ ਐਵਰਮੈਕਟਨ ਨੂੰ ਠੰਡਾ ਕਰਕੇ ਲਗਾਓ। ਹਾਂਜੀ ਇਸ ਤੱਕ ਸਾਹਮਣੇ ਫ੍ਰਿਜ ਚੋਂ ਕੱਢੇ ਨੇ। ਅੱਛਾ ਇਹ ਤੇ ਅਗਰ ਤੇ ਸ਼ਦੀਦ ਕਿਸਮ ਦੀ ਸਰਦੀ ਹੋਵੇ ਨਾ, ਹਾਂ ਹਾਂ ਤੇ ਫਿਰ ਜਿੱਥੇ ਜਿੱਥੇ ਸੋਰੀ ਗਰਮੀ ਹੋਵੇ, ਜਿੱਥੇ ਜਿੱਥੇ ਇੰਜੈਕਸ਼ਨ ਲੱਗਦਾ ਜਾਂਦਾ ਨਾ, ਉੱਥੇ ਤੇ ਨਾਲ ਠੰਡਾ ਪਾਣੀ ਪਾਈ ਇਹਨੂੰ ਜਾਏ। ਲਾ ਲਾ। ਅੱਛਾ ਸਹੀ ਹੈ। ਹਾਂਜੀ ਇਹ ਲਗਾ ਦੋ ਭਾਈ, ਇਹ 1 ਸੀਜ਼ਨ ਵੀ ਲਗਾ ਦੇ। आओ जी टेडा जी। ਟਾਟਾ ਕਰੋ। अच्छा इन्हों 1 cc अगर लगाना है तो एक साइड ते लगेगा, दोनों साइड ते 1 सीसी एक साइड ते ही लग जाएगा। 2 सीसी लगेगा। अच्छा इन्हों 2 cc लगे। ਹਾਂਜੀ ਉਹਦਾ ਤੁਸੀਂ ਕੱਦ ਨਾ ਦੇਖੋ, ਉਹਦਾ weight ਦੇਖੋ। अच्छा वेट देखो ठीक है। एक एक ਇੰਜੈਕਸ਼ਨ ਕੱਦ ਦੇ ਹਿਸਾਬ ਨਾਲ ਹੀ ਵਜ਼ਨ ਦੇ ਹਿਸਾਬ ਨਾਲ ਲੱਗਦਾ। वजन दे हिसाब नाल बिस्मिल्लाह ਹੁਣ लग ਪਰਲੀ गया। ਸਾਈਡ। एक cc लग गया जी इन्हों ਟੈਡਾ ਬੱਕਰਾ ਜੀ ਮਾਸ਼ਾਅੱਲਾ। ਇਹ ਜਾਨਵਰ ਫਾਰ ਸੇਲ ਨੇ ਸਰ, ਤੁਸੀਂ ਲੈ ਸਕਦੇ ਹੋ। ਨਹੀਂ ਅੰਦਰ ਵੀ ਇਹ ਵਾਲਾ ਜਾਨਵਰ ਫੋਰ ਸੇਲ ਨਹੀਂ ਹੈ। ਟੈਡਾ ਨਹੀਂ ਫਾਰ ਠੀਕ ਹੈ। ਟੈਡਾ ਫਾਰ ਬਾਕੀ ਕੋਈ ਸੇਲ ਵੀ ਦੋਸਤ ਕੋਈ ਵੀ ਜਾਨਵਰ ਲੈਣਾ ਚਾਹੇਗਾ ਅਵੇਲੇਬਲ ਹੈ। ਇਹਨੂੰ ਲੱਗੇ ਇਹ ਟੈਡ ਹਾਂ ਹੁਣ ਚੁੱਪ ਹੈ। ਅੱਛਾ ਇਹ ਅੰਦਰ ਵੀ ਇੱਕ ਮੇਨ ਨਿਸ਼ਾਨੀ ਹੈ। ਹਾਂ ਜਿਸ ਜਾਨਵਰ ਨੂੰ ਐਵਰਮੈਕਟਨ ਫਸਟ ਟਾਈਮ ਲੱਗੇਗਾ, ਹਾਂ ਇੰਜੈਕਸ਼ਨ ਇੱਕ ਨੰਬਰ ਹੋਵੇ, ਹਾਂ ਉਹਨੂੰ ਇੱਕ ਦਫਾ ਉਹ ਜ਼ਰੂਰ ਚੁੱਭੇਗਾ, ਨੈਕਸਟ ਟਾਈਮ ਚੁੱਭੇਗਾ ਨਹੀਂ। ਚੁੱਭੇਗਾ ਨਹੀਂ। ਅੱਛਾ ਬਾਕੀ ਕਿਸੇ ਨੇ ਫੀਲ ਨਹੀਂ ਕੀਤੀ। ਕਿਸੇ ਨੇ ਹਾਂ ਜੀ ਵੇਖ ਲਓ। ਕੱਢ ਬਾਹਰੋਂ। ਕੱਢੋ ਜੀ ਕੱਢੋ ਨਿਕਲ ਬਾਹਰ ਨਿਕਲ ਵੱਡਿਆ ਬਦਮਾਸ਼ਾ। ਕਿਉਂਕਿ ਇਹਨੂੰ ਇਹ ਆ ਫਸਟ ਗਏ। ਟਾਈਮ ਲੱਗਾ ਇੱਧਰ ਲੱਗਾ। ਤੇ ਅੰਦਰ ਮੈਂ ਕੋਸ਼ਿਸ਼ ਇਹ ਕਰਨੀ ਹੈ ਹਾਂ ਹਾਂ ਕਿ ਇਹਦੇ ਵਿੱਚ ਇੰਪੋਰਟਡ ਅਗਰ ਮਿਲ ਜਾਵੇ ਨਾ ਐਵਰਮੈਕਟਨ, ਅੱਛਾ। ਉਹਦੇ ਨਾਲ ਦੀ ਗੱਲ ਕੋਈ ਨਹੀਂ ਹੈ। ਅੱਛਾ ਯਾਨੀ ਕਿ ਅੱਛਾ ਲੈਣਾ, ਟੀਕਾ ਅੱਛਾ ਲੈਣਾ। ਜ਼ਬਰਦਸਤ। ਬਿਸਮਿਲ੍ਲਾਹ। ਲਓ ਜੀ ਇਹ ਦੂਜੀ ਸਾਈਡ ਤੇ ਲੱਗ ਰਿਹਾ ਜੀ ਟੈਡੇ ਨੂੰ। ਬੜਾ ਹੀ ਹੁੰਤਰਾ ਹੈ ਮੈਂ ਤੂੰ। ਛੱਡ ਦੇ। ਲੱਗ ਗਿਆ। ਛੱਡ ਦੇ। ਬਾਬੇ ਦੇ ਬੱਕਰੇ ਦਾ ਲਓ ਜੀ ਬਾਬੇ ਦੇ ਬੱਕਰੇ ਦਾ ਨਾਮ ਦੱਸੋ ਜੀ। ਬਾਬੇ ਦੇ ਬੱਕਰੇ ਨਾਮ ਹੈ ਜੀ ਹੁਕਮ। ਹੁਕਮ ਹਾਂਜੀ। ਹੁਕਮ ਕਿਉਂਕਿ ਹੁਕਮ ਮਾਲਕ ਨੂੰ ਕਹਿੰਦੇ ਨੇ। ਅਕਸਰ ਤੁਸੀਂ ਦੇਖਿਆ ਹੋਵੇਗਾ ਕਬੀਲਿਆਂ ਦੇ ਵਿੱਚ ਹੁਕਮ ਮਾਲਕ ਨੂੰ, ਸਾਡਾ ਇਹ ਹੁਕਮ ਹੈ, ਇਹਦਾ ਇਹ ਹੁਕਮ ਹੈ। ਅੱਛਾ ਕੀ ਬਾਤ ਹੈ ਜੀ। ਹੁਕਮ ਮਾਸ਼ਾਅੱਲਾ। ਮੇਰਾ ਮਸਲੀ ਨਾਲ ਨਹੀਂ ਦੱਸਿਆ। ਐ ਜੀ ਸਰ ਮੇਰੀ ਲਵ ਯੂ ਹੈ, ਮੇਰਾ ਭਾਈ ਹੈ ਵੱਡਾ। ਇਹ ਬਾਬਾ ਜੀ ਦੇ ਨਾਲ ਸਾਨੂੰ ਸਾਰਿਆਂ ਨੂੰ ਪਿਆਰ ਹੈ ਜੀ। ਅੱਲਾਹ ਤਾਲਾ ਇਹਨੂੰ ਜ਼ਿੰਦਗੀ ਸਿਹਤ ਤੰਦਰੁਸਤੀ ਦੇਵੇ ਬਾਬੇ ਨੂੰ। ਮਾਸ਼ਾਅੱਲਾ ਜੀ। ਅਸੀਂ ਇਹਨਾਂ ਵੀ ਬਾਬਾ ਜੀ ਦੇ ਨਾਲ ਇੱਥੇ ਸੈੱਟ ਬਣਾ ਰਹੇ ਹਾਂ। ਇਹ ਨਾਲ ਵਾਲਾ ਜਿਹੜਾ ਘਰ ਹੈ ਨਾ, ਹਾਂ ਹਾਂ ਉਹਦੇ ਅਸੀਂ ਤਿਆਰੀ ਕਰ ਰਹੇ ਸੀ। ਬਾਬਾ ਜੀ ਦੀ ਇੱਥੇ ਸ਼ਾਦੀ ਕਰਕੇ ਨਾ ਇੱਕ ਸਾਰਾ ਹੋਰ, ਅੰਦਰ ਗਿਆ। ਤੇ ਬਾਬਾ ਜੀ ਦੀ ਫੈਮਿਲੀ ਇੱਥੇ ਵੀ ਬਣਾਉਣ ਲੱਗੇ ਆ। ਉੱਥੇ ਬਾਬਾ ਜੀ ਲੜਾਏ ਨੇ।
अच्छा 1.5 ਸਾਲ ਹੋ ਗਿਆ हाँ 1.5 ਸਾਲ ਹੋ ਗਿਆ ਲੜ ਕੇ ਆਏ ਨੇ ਮੇਰੇ ਕੋਲ ਹੀ ਨਾ ਵਾਪਸ ਨਹੀਂ ਗਏ वापस नहीं गए हाँ नहीं थी शादी होएगी ਇੱਥੇ ਹੁਣ ਬਾਬਾ ਜੀ ਦੀ ਸ਼ਾਦੀ ਕਰ ਦੇਣੀ जी ठीक हो गया ਸ਼ਾਦੀ ਦੇ ਉਂਝ ਬਾਬੇ ਜੋ ਮਰਜ਼ੀ ਕਰ ਬਾਬਾ ਨਹੀਂ ਖੁਸ਼ ਹੁੰਦਾ अच्छा ਤੁਸੀਂ ਸ਼ਾਦੀ ਦਾ ਨਾਂ ਨਹੀਂ ਲਓ ਚੈੱਕ ਕਰੋ ਮੁੰਡਾ ਬਣ ਜਾਂਦਾ ਜਾਨੂ ਹੈ ਜੀ ਆਈ ਲਵ ਯੂ अच्छा चलो जी बाहर चलो जी ਤੋਂ ਨਵੀਂ ਮੋਬਾਈਲ ਕਰ ਲਓ ਜੀ ਜ਼ਬਰਦਸਤ ਭਲਾਈ ਹੋ ਰਹੀ ਜੀ ਹੁਣ ਜਨਾਬ ਜਿਹੜੇ ਬਾਹਰ ਜਾਨਵਰ ਖੜੇ ਨੇ ਉਹਨਾਂ ਦੀ ਵੀਡੀਓ ਬਣਾਣੇ ਅਸੀਂ ਮੁਕੰਮਲ ਡਿਟੇਲ ਨਾਲ ਵੇਖੋ ਨਾ ਜੀ ਇਹ ਪੂਰਾ ਇਹਨਾਂ ਦਾ ਸੈਟਅਪ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦੇਖੋ ਅਮਜਦ ਭਾਈ ਅਸੀਂ ਆਪਣੇ ਜਾਨਵਰਾਂ ਨੂੰ ਚਾਰਾ ਵੀ ਕੈਸਾ ਸਾਫ ਸੁਥਰਾ ਸਾਫ ਕਰਦੇ ਨੇ ਸੁਥਰਾ ਦੇਖੋ ਕਰਕੇ ਬਿਲਕੁਲ ਹੱਤਾ ਕਿ ਇਸ ਟਾਈਮ ਲੂਸਨ 50 ਰੁਪਏ ਕਿਲੋ ਵੇ ਅੱਛਾ ਉਹਦੇ ਬਾਵਜੂਦ ਦੇਖੋ ਅਸੀਂ ਜਿਹੜਾ ਸਾਫ ਸੁਥਰਾ ਆਪਣੇ ਜਾਨਵਰ ਖੁਰਾਕ ਦੇਣੀ ਗੰਦਾ ਸੀ ਪੱਠਾ ਇੱਕ ਸਾਈਡ ਤੇ ਕਰ ਇੱਕ ਸਾਈਡ ਕਰ ਦਿੰਦੇ ਤੇ ਫਿਰ ਅਗਰ ਕਹਿਣਗੇ ਅਮਰ ਡੋਗਰ ਜਾਨਵਰ ਮਹਿੰਗੇ ਵੇਚਦੇ ਤੇ ਚੱਲ ਜਾਨਵਰ ਅੱਛੇ ਨੇ ਜੀ ਮਾਸ਼ਾਅੱਲਾ ਤੁਸੀਂ ਜਾਨਵਰ ਵੇਖ ਉਹ ਬੱਕਰਾ ਨੂੰ ਲਵਾ ਇਹ ਬੱਕਰਾ ਦੇਖੋ ਜੀ ਭਾਈ ਵੀਡੀਓ ਲੰਬੀ ਹੋਏਗੀ ਲੇਕਿਨ ਜਨਾਬ ਅੱਲਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਬੜਾ ਫਾਇਦਾ ਹੋਏਗਾ ਇਨਸ਼ਾਅੱਲਾ ਜੀ ਐਵਰਮੈਕਟਨ ਇੰਜੈਕਸ਼ਨ ਆ ਡਿਵਰਮਿੰਗ ਹੋ ਰਹੀ ਜੀ ਤੇ ਇਹ ਜਨਾਬ ਹੀਰਾ ਭਾਈ ਇੰਜੈਕਸ਼ਨ ਲਗਾ ਰਹੇ ਨੇ ਅਮਰ ਡੋਗਰ ਸਾਹਿਬ ਦੇ ਫਾਰਮ ਦੇ ਉੱਤੇ ਅਮਰ ਡੋਗਰ ਸਾਹਿਬ ਦਾ ਪਾਕਿਸਤਾਨ ਵਿੱਚ ਬੜਾ ਇੱਕ ਨਾਮ ਹੈ ਸਪੈਸ਼ਲੀ ਲਾਹੌਰ ਦੇ ਵਿੱਚ ਹਰਬੰਸਪੁਰਾ ਦੇ ਵਿੱਚ ਅਮਜਦ ਭਾਈ ਇਹ ਬੱਕਰਾ ਦੋ ਜਾਂਦੇ ਅੱਛਾ ਤੇ 46 ਹਾਈਟ ਹੈ ਇਹਦੀ 46 ਅੰਮ੍ਰਿਤਸਰੀਆਂ ਦੇ ਵਿੱਚ ਪਿੰਕ ਨੋਜ਼ ਬਹੁਤ ਮਾਈਨਰ ਪੈਦਾ ਹੁੰਦੇ ਨੇ ਕੋਈ ਜਿਸ ਤਰ੍ਹਾਂ ਵਾਈਟ ਲਾਈਨ ਕਦੀ ਕਦੀ ਪੈਦਾ ਹੁੰਦਾ ਹੈ ਨਾ ਹਾਂ ਇਸ ਤਰ੍ਹਾਂ ਕਦੀ ਕਦੀ 46 ਦੋ ਦੰਦ ਦੋ ਦੰਦ ਦੇ ਵਿੱਚ ਹਾਂਜੀ ਮਾਸ਼ਾਅੱਲਾ ਸਮਝੋ ਇਹ ਵਾਈਟ ਲਾਈਨ ਹੀ ਜਿਹੜਾ ਕਦੀ ਕਦੀ ਪੈਦਾ ਹੁੰਦਾ ਪਰ ਛਤਰ ਲਾਓ ਅਮਰ ਡੋਗਰ ਸਾਹਿਬ ਤਕਰੀਬਨ 10 ਤੋਂ 15% ਲੋਕ ਜਿਹੜੇ ਨੇ ਇੰਡੀਅਨਸ ਉਹ ਸਾਡੀ ਵੀਡੀਓਜ਼ ਨੂੰ ਪਸੰਦ ਕਰਦੇ ਨੇ ਅਮਜਦ ਭਾਈ ਜਿਹੜਾ ਮੇਰਾ ਚੈਨਲ ਹੈ ਨਾ ਸੋਹਣੇ ਬੱਕਰੇ ਦੇ ਨਾਮ ਤੋਂ ਅੱਛਾ ਮੈਨੂੰ ਮੇਰਾ ਖਿਆਲ ਕਹਿੰਦਾ ਹੈ ਕਿ ਪਾਕਿਸਤਾਨ ਲੋਕੀ ਸ਼ਾਇਦ ਘੱਟ ਦੇਖਦੇ ਨੇ ਇੰਡੀਅਨ ਮੈਨੂੰ ਬਹੁਤ ਜ਼ਿਆਦਾ ਜ਼ਿਆਦਾ ਤੇ ਇਹਨੂੰ ਵੀ ਇਹੀ ਪ੍ਰੋਸੈਸ ਦੁੰਬੇ ਨੂੰ ਵੀ ਛਤਰੇ ਨੂੰ ਸੇਮ ਸੇਮ ਅੱਛਾ ਠੀਕ ਹੈ ਕਿਉਂਕਿ ਇਹਦੀ ਅਜੇ ਨਿਊ ਐਂਟਰੀ ਹੋਈ ਹੈ ਇਹ ਪਰਸੋਂ ਆਇਆ ਜੇ ਅੱਛਾ ਤੇ ਇਹਨੂੰ ਅਸੀਂ 15 ਦਿਨ ਬਾਅਦ ਜਿਹੜਾ ਨਾ ਇਹਨੂੰ ਅਸੀਂ ਉਹ ਕਰਾਂਗੇ ਨਾ ਇਹਦੀ ਡਿਵਰਮਿੰਗ ਕਰਾਂਗੇ ਥੰਦਰ ਦੇ ਨਾਲ ਥੰਦਰ ਦੇ ਨਾਲ ਦੇਖ ਲਓ ਫਸਟ ਟਾਈਮ ਲੱਗਾ ਉਹਨੇ ਫੀਲ ਕੀਤਾ ਹੈ ਫੀਲ ਕੀਤਾ ਹੈ, ਇਸੇ ਤਰ੍ਹਾਂ ਉਹਨੂੰ ਲਗਵਾ ਲੈ ਜੱਗੇ ਨੂੰ ਉਹ ਇਹਦਾ ਅਸੀਂ ਨਾਮ ਹੀ ਜੱਗਾ ਰੱਖਿਆ ਜੀ ਜੱਗੇ ਨੂੰ ਲੱਗੇ ਬਾਹਰ ਹਾਂ ਇਹਦਾ ਕੀ ਜੱਗੇ ਨੂੰ ਨਾ ਤੇ ਇਕੱਲਾ ਬੰਦਾ ਖੋਲ ਸਕਦਾ ਨਾ ਇਕੱਲਾ ਬੰਦਾ ਬੰਨ ਸਕਦਾ ਓਏ ਭਾਈ ਇਹ ਕੱਲ ਇਹਨੂੰ ਛੱਡਣਾ ਚਾਹੀਦਾ ਸੀ ਆਓ ਜੀ ਹੁਣ ਜਨਾਬ ਬਾਹਰ ਚੱਲਨੇ ਜੀ ਜੱਗਾ ਲੱਗ ਗਿਆ ਇਹਨੂੰ ਲੱਗ ਗਿਆ ਆਓ ਜੀ ਇਹ ਬਾਹਰ ਜਨਾਬ ਇਹਨਾਂ ਦੇ ਐਨੀਮਲਸ ਦਿਖਾਣੇ ਇਹ ਵੇਖੋ ਸਾਰੇ ਐਨੀਮਲ ਇਹਨਾਂ ਦੇ ਬਾਹਰ ਬੈਠੇ ਨੇ 1 ਬਾਈ 1 ਕਰਕੇ ਵੀਡੀਓ ਬਣਾਉਂਦੇ ਆ ਤੁਹਾਨੂੰ ਦਿਖਾਣੇ ਆ ਭਾਈ ਇਹਨੂੰ ਡਿਵਰਮਿੰਗ ਭਾਈ ਬਾਕੀ ਅੱਛਾ ਤੁਸੀਂ ਅੰਦਰ ਰਹਿਣਾ ਹਾਂਜੀ ਮੈਂ ਅੰਦਰ ਸਹੀ ਮੈਂ ਪੱਠੇ ਦੇ ਲਵਾਂ ਪੱਠ ਦਿਓ ਜੀ ਜੀ ਮਾਸ਼ਾਅੱਲਾ ਸ਼ਹਿਰ ਦੇ ਲੱਗੇਗਾ ਨਾ ਕੋਈ ਮਸਲਾ ਇਹ ਜਨਾਬ ਤਕਰੀਬਨ 52 ਜਾਨਵਰ ਨੇ ਜਿਨ੍ਹਾਂ ਦੇ ਕੋਲ ਐਵਰਮੈਕਟਨ ਦਾ ਪ੍ਰੋਸੈਸ ਜਨਾਬ ਜਾਰੀ ਦੋਵਾਂ ਸਾਈਡਾਂ ਦੇ ਇੰਜੈਕਸ਼ਨ ਲੱਗ ਰਹੇ ਨਾਲ ਨਾਲ ਥੋੜੀ ਥੋੜੀ ਰਹਿਨੁਮਾਈ ਕਰੀ ਜਾਓ ਜੀ ਆਪਣਾ ਹੀਰਾ ਭਾਈ ਜਿਤਨਾ ਵੀ ਤੁਹਾਡਾ ਕੋਈ ਅਲਹਮਦੁਲਿਲਾ ਇਹ ਮੈਂ ਤੁਹਾਨੂੰ ਦੱਸਣਾ ਨਾ ਭਾਈਜਾਨ ਬਾਕੀਆਂ ਦਾ ਸਾਨੂੰ ਨਹੀਂ ਪਤਾ ਜਿਹੜਾ ਕੰਮ ਅਸੀਂ ਕਰਦੇ ਪਏ ਹਾਂ ਅਸੀਂ ਸਦਕਾ ਜਾਰੀਆ ਦਾ ਕਰਦੇ ਪਏ ਅਸੀਂ ਕਹਿੰਦੇ ਜੀ ਸਾਡੀ ਵੀਡੀਓਜ਼ ਤੋਂ ਲੋਕਾਂ ਨੂੰ ਫਾਇਦਾ ਹੋਵੇ ਤੇ ਕੁਛ ਨਾ ਕੁਛ ਤੁਸੀਂ ਜਿਹੜਾ ਨਾ ਹੋ ਗਿਆ ਅਗਲਾ ਬੱਕਰਾ ਅਗਲੇ ਬੱਕਰੇ ਤੇ ਆਓ ਜੀ ਇਹਨੂੰ ਹੋ ਗਿਆ ਇਹ ਦੇਖੋ ਨੀ ਸਾਰੇ ਬੱਕਰੇ ਜਨਾਬ ਕੱਟਾ ਲਿਆਓ ਜੀ ਕੱਟਾ ਲਿਆਓ ਚਲੋ ਠੀਕ ਕੱਟੇ ਮਾਸ਼ਾਅੱਲਾ ਅਮਰ ਡੋਗਰ ਸਾਹਿਬ ਡੋਜ਼ ਦੇ ਹਿਸਾਬ ਦੇ ਨਾਲ ਅੱਛਾ। ਆ ਰਹੇ ਆ ਅੱਛਾ ਵਜ਼ਨ ਦੇ ਹਿਸਾਬ ਦੇ ਨਾਲ ਹਾਂ ਕਿਸੇ ਨੂੰ ਜਿਹੜੇ ਹੈਵੀ weight ਸਨ ਜ਼ਿਆਦਾ ਉਹਨਾਂ ਨੂੰ ਲਾ ਰਿਹਾ ਸਾਂ ਅਸੀਂ 3 ਸੀਸੀ ਤਿੰਨ ਲਗਾ ਰਹੇ 2 ਨਹੀਂ ਮਸਲਾ ਨਹੀਂ ਛੱਡ ਮਲਣਾ ਨਹੀਂ, ਮਲਣਾ ਨਹੀਂ ਉਥੋਂ ਮਲਣਾ ਨਹੀਂ ਛੱਡ ਬਾਹਰ ਆਇਆ ਬਾਹਰ ਆ ਜਾ ਇਹ ਜਿਲਦ ਵਾਲਾ ਠੀਕ ਹੈ ਇੱਧਰ ਆਓ ਜੀ ਫੜੋ ਅਗਲਾ ਬੱਕਰਾ ਲਿਆਓ ਅਮਰ ਡੋਗਰ ਸਾਹਿਬ ਦੇ ਫਾਰਮ ਤੇ ਅਸੀਂ ਆਇਆ ਜੀ ਅਮਰ ਡੋਗਰ ਸਾਹਿਬ ਦੇ ਕੋਲ ਮਾਸ਼ਾਅੱਲਾ ਬੜੇ ਅੱਛੇ ਐਨੀਮਲ ਨੇ ਤਕਰੀਬਨ ਇਸ ਟਾਈਮ ਤੇ ਅਮਰ ਡੋਗਰ ਸਾਹਿਬ ਕੋ ਜੀ 52 ਜਾਨਵਰ ਦੱਸਦੇ ਪਏ ਨੇ ਜੀ ਔਰ ਬੜਾ ਪਿਆਰਾ ਸ਼ੌਕ ਜੀ ਡੋਗਰ ਸਾਹਿਬ ਦਾ ਲਾਹੌਰ ਹਰਬੰਸਪੁਰਾ ਦੇ ਇਲਾਕੇ ਦੇ ਵਿੱਚ ਭਾਂ ਮਲਾਂਗੇ ਨਾ ਤੇ ਬਾਹਰ ਨਿਕਲ ਆਏਗਾ ਐਸ ਬੱਕਰੇ ਤੇ ਆਓ ਜੀ ਇਹ ਦਿਖਾਓ ਜੀ ਅਮਜਦ ਭਾਈ ਜੀ ਇਹ ਮੇਰੀ ਜਿਲਦ ਖਿੱਚ ਲਈ ਹਾਂ ਹਾਂ ਠੀਕ ਹੈ ਇਹ ਜਿਲਦ ਦੇ ਅੰਦਰ ਸੂਈ ਗਈ ਠੀਕ ਹੈ ਠੀਕ ਹੈ ਇਹ ਮੈਂ ਦਬਾਤਾ ਹਾਂ ਇਹ ਲੱਗ ਗਿਆ ਲੱਗ ਗਿਆ ਠੀਕ ਹੈ ਜੀ ਇਹ ਮੈਂ ਖਿੱਚ ਲਈ ਸਹੀ। ਮਲਣਾ ਨਹੀਂ ਠੀਕ ਹੈ
ਇੰਨਾ ਕੰਮ ਹੈ ਇਹਦਾ ਜ਼ਿਆਦਾ ਈਜ਼ੀ ਐਂਡ ਸਿੰਪਲ, ਕਿਉਂਕਿ ਗਰਦਨ ਤੇ ਜਿਹੜਾ ਨਾ ਮਾਸ ਆਮ ਹੁੰਦਾ ਜ਼ਿਆਦਾ ਹਾਂਜੀ ਤੇ ਉਹ ਬੜਾ ਈਜ਼ੀ ਲੱਗਦਾ ਹੈ। ਲੱਗ ਜਾਂਦਾ ਹੈ, ਕਿਉਂਕਿ ਮਾਸ ਨੂੰ ਖਿੱਚੋ ਉਹਦੇ ਵਿੱਚ ਲਾ ਦਿਓ ਜਿਲਦ ਲਾ ਦੇ ਦਿਓ। ਵਿੱਚ। ਸਹੀ, ਮਾਸ਼ਾਅੱਲਾ। ਹੀਰਾ ਭਾਈ ਅੱਜ ਸਾਡੇ ਨਾਲ ਨੇ ਜੀ, ਅਸੀਂ ਅੱਜ ਡਿਵਰਮਿੰਗ ਕਰਦੇ ਪਏ ਜੀ। ਇਹ ਜੀ ਭਰਾ ਦੇ ਨਾਲ ਸਾਰੀ ਹੈਲਪ ਕਰੀ ਦੀ, ਆਪ ਵੀ ਆਪਣੇ ਜਾਨਵਰਾਂ ਦੀ ਕੇਅਰ ਨਾਲ ਸਾਰਿਆਂ ਦੀ ਕਰੀ। ਮਾਸ਼ਾਅੱਲਾ। ਮੇਰੇ ਨਜ਼ਦੀਕ ਜਿਹੜਾ ਵੀ ਬੰਦਾ ਹੋਏਗਾ ਮੈਂ ਇਨਸ਼ਾਅੱਲਾ ਉਹਦੀ ਪ੍ਰੋਪਰ ਜਿਹੜਾ ਨਾ ਉਹਦੀ ਹੈਲਪ ਕਰਾਂਗਾ। ਬੜੀ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ ਹੀਰਾ ਭਾਈ। ਕੋਈ ਵੀ ਮੇਰਾ ਭਰਾ ਵੀਡੀਓ ਵੇਖਣ ਵਾਲਾ ਜਿਹੜਾ ਮੇਰਾ ਕੋਈ ਨਜ਼ਦੀਕ ਹੈ, ਕੋਈ ਵੀ ਮਸ਼ਵਰਾ, ਕੋਈ ਵੀ ਕੁਝ ਕਰਨਾ ਹੋਵੇ, ਭਾਈ ਮੈਂ ਹਾਜ਼ਰ ਹਾਂ। ਕੀ ਬਾਤ ਹੀਰਾ ਭਾਈ, ਸਲਾਮਤ ਰਹੋ ਜੀ। ਲਿਆ ਪੁੱਤਰ ਫੜੀ ਲਿਆ ਆਮਰ ਡੋਗਰ ਸਾਹਿਬ ਦੇ ਫਾਰਮ ਤੇ ਜਨਾਬ ਅਸੀਂ ਅੱਜ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਹੇ ਜੀ ਡਿਵਰਮਿੰਗ ਦੀ। ਸਾਰੇ ਜਾਨਵਰਾਂ ਨੂੰ ਐਵਰਮੈਕਟਨ ਨਾਲ ਡਿਵਰਮਿੰਗ ਕਰਦੇ ਪਏ ਨੇ ਜਨਾਬ। ਲਈ ਆਓ ਪੁੱਤਰ, ਬੱਕਰੇ ਲਈ ਆਓ ਨਾਲ, ਵੀਡੀਓ ਫਿਰ ਜ਼ਿਆਦਾ ਲੰਬੀ ਨਹੀਂ ਹੋ ਜਾਵੇ ਨਾ। ਜ਼ਬਰਦਸਤ। ਇਹ ਹੁਣ ਵੇਖੋ ਨਾ ਮੇਰੇ ਸਾਹਮਣੇ ਜਾਨਵਰ ਆ ਰਹੇ, ਮੈਂ ਉਹਨਾਂ ਨੂੰ ਉਹਨਾਂ ਦੇ weight ਦੇ ਡੋਜ਼ ਦੇ ਹਿਸਾਬ ਨਾਲ ਲਗਾ ਰਿਹਾ। ਬਿਲਕੁਲ ਇਸ ਤਰ੍ਹਾਂ ਹੀ। ਇਹਨੂੰ ਕਿੰਨਾ ਸੀਸੀ ਲਗਾ ਰਹੇ ਹੋ ਜੀ ਇਸ ਬੱਕਰੇ ਨੂੰ? 1.5 ਸੀਸੀ ਜੀ। ਅੱਛਾ, ਹਾਂ ਤੁਸੀਂ ਬਿਲਕੁਲ ਲਗਾਵਾਂਗਾ ਨਾ ਕਲੋਜ਼ ਕਰਕੇ ਵਹਾਓ ਮੈਂ ਦਿਖਾ ਲੋਕਾਂ ਨੂੰ, ਜੀ। ਠੀਕ ਹੈ, ਕਿਉਂਕਿ ਉਹਨਾਂ ਦੇ ਇਲਮ 'ਚ ਇਜ਼ਾਫਾ ਹੋਵੇ ਬਿਲਕੁਲ ਇਸ ਤਰ੍ਹਾਂ ਹੀ। ਕਿ ਆਮਰ ਭਾਈ ਕੀ ਕਰਦੇ ਨੇ, ਹੀਰਾ ਭਾਈ ਕੀ ਕਰਦੇ ਨੇ, ਕਿਸ ਤਰ੍ਹਾਂ ਲਗਾ ਰਹੇ ਨੇ, ਇਸ ਤਰ੍ਹਾਂ ਲੋਕਾਂ ਦੇ ਨੌਲੇਜ 'ਚ ਇਜ਼ਾਫਾ ਹੋਏਗਾ ਜੀ ਠੀਕ ਹੈ, ਇਹ ਭਰਿਆ ਗਿਆ ਜੀ। ਹਾਂਜੀ ਠੀਕ ਹੈ ਠੀਕ ਹੈ। ਇਹ ਬੜਾ ਈਜ਼ੀ ਐਂਡ ਸਿੰਪਲ। ਇਹ ਖਲ ਮੈਂ ਖਿੱਚ ਲਈਏ। ਨਹੀਂ ਇਹਨੂੰ ਨਹੀਂ ਲਾਣਾ ਬਈ ਇਹਨੂੰ ਤੇ ਅੱਜ ਡਿਵਰਮਿੰਗ ਕੀਤੀ ਹੈ। ਇਹ ਦੇਖੋ ਖਲ ਦੇ ਵਿੱਚ ਹੀ ਲੱਗ ਰਿਹਾ ਹੈ। ਠੀਕ ਹੈ। ਗੋਸ਼ਤ ਤੋਂ ਤੇ ਖਲ ਦਾ ਕਿੰਨਾ ਫਰਕ ਹੈ। ਫਰਕ ਹੈ, ਸਹੀ ਗੱਲ। ਇਹ ਮਦਬਾਤ ਹੈ, ਇਹ ਲੱਗ ਰਿਹਾ। ਖਿੱਚ ਕੇ ਲਗਾ ਦਿੱਤਾ। ਹਾਂਜੀ। ਕਿਹੜਾ ਰਹਿ ਗਿਆ ਜੀ, ਕਿਹੜਾ ਰਹਿ ਗਿਆ? ਲਿਆ ਹੀ ਜਾਓ, ਲਿਆ ਹੀ ਜਾਓ। ਅੰਦਰ ਵੀ ਹੈਗੇ ਜੀ, ਇਹ ਲੱਗੇ ਸਾਰਿਆਂ ਨੂੰ। ਉਹ ਦੋ ਖੜੇ ਆ। ਅੱਛਾ, ਇਹ ਬੱਕਰੇ ਨੂੰ ਵੀ ਲਾਣਾ ਕਿ ਨਹੀਂ? ਆਮਰ ਡੋਗਰ ਸਾਹਿਬ ਰਹਿਣ ਦੀ ਯਾਰ। ਇੱਥੇ ਮੇਰੇ ਖਿਆਲ ਵੀਡੀਓ ਕਲੋਜ਼ ਕਰਦੇ ਆ। ਇੱਥੇ ਵੀਡੀਓ ਕਲੋਜ਼ ਕਰਦੇ ਆ। ਇੱਕ ਸੀ ਰਾਤ ਕੁਝ ਨਹੀਂ ਹੁੰਦਾ। ਕੀ ਕਹਿੰਦੇ ਹੋ? ਇੱਥੇ ਵੀਡੀਓ ਕਲੋਜ਼ ਕਰ ਦਿੰਦੇ ਆ। ਠੀਕ ਹੈ, 22 ਮਿੰਟ ਦੀ ਵੀਡੀਓ ਬਣ ਗਈ ਹੈ, 22 ਮਿੰਟ ਦੀ। ਠੀਕ ਹੈ, ਇੱਥੋਂ ਰੱਖ ਕੇ ਕੱਟ ਕੇ ਤੇ ਇੱਥੇ ਫਿਰ ਅੱਗੇ ਜਾਂ ਨੈਕਸਟ ਅਗਲੀ ਵੀਡੀਓ ਬਣਾ ਲੈਣਾ। ਠੀਕ ਅਗਲੀ ਵੀਡੀਓ ਨੂੰ ਬਣਾ ਲੈਣੇ ਆ ਨਾ। ਉਹ ਇੱਥੇ ਹੀ ਆਪ ਇਹਨੂੰ ਕਰ ਲੈਣਾ। ਘਿਓ ਮੰਗਵਾਉਣ ਲੱਗਾ ਵਾ ਮੈਂ। ਠੀਕ ਹੈ, ਬਣਾਉਂਦੇ ਆ ਇੱਕ ਇਹਨਾਂ ਦੀ ਵੀਡੀਓ ਆ ਬਣ ਜਾਏਗੀ। ਅਗਲੀ ਵੀਡੀਓ ਜਨਾਬ ਮਿਲਦੇ ਆ ਨੈਕਸਟ ਖੂਬਸੂਰਤ ਵੀਡੀਓ ਦੇ ਨਾਲ। ਇੱਥੇ 3-4 ਵੀਡੀਓ ਇਨਸ਼ਾਅੱਲਾ ਬਣਾਵਾਂਗੇ ਤੁਹਾਡੇ ਫਾਇਦੇ ਵਾਸਤੇ। ਇਨਸ਼ਾਅੱਲਾ ਵੀਡੀਓਜ਼ ਹੋਣਗੇ ਜੀ। ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰਿਆ ਕਰੋ ਜੀ, ਕਮੈਂਟ ਕਰਿਆ ਕਰੋ। ਤੁਹਾਡੀਆਂ ਮੁਹੱਬਤਾਂ ਦਾ ਢੇਰ ਸ਼ੁਕਰੀਆ। ਅੱਲਾ ਹਾਫਿਜ਼।